ਤੇ ਕੀ ਹੁੰਦਾ ਔਰ ਉਹਦੇ ਦਰਮਿਆਨ ਅਸੀਂ ਪਵਿੱਤਰ ਆਤਮਾ ਦੇ ਦੁਆਰਾ ਜੋ ਸਾਡੇ ਜੀਵਨ 'ਚ ਕੰਮ ਹੁੰਦਾ ਉਹ 'ਚ ਅਸੀਂ ਦੇਖ ਰਹੇ ਸੀ ਨਵਾਂ ਜਨਮ ਨਵੇਂ ਸਿਰੋਂ ਪੈਦਾ ਹੋਣਾ। ਔਰ ਨਵੇਂ ਸਿਰੋਂ ਪੈਦਾ ਹੋਣ ਦੀ ਪਹਿਲੀ ਕੰਡੀਸ਼ਨ ਨੂੰ ਆਪਾਂ ਦੇਖ ਰਹੇ ਸੀ ਨਵਾਂ ਜਨਮ, ਜਿਹਦੇ ਵਿੱਚ ਆਪਾਂ ਕਾਫੀ ਗੱਲਾਂ ਨੂੰ ਦੇਖਿਆ ਔਰ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਵਿਵੇਕ ਦੀ ਗੱਲ ਨੂੰ ਵੀ ਦੇਖਿਆ ਕਿ ਇਨਸਾਨ ਜਿਹੜਾ ਹੈ ਉਹਦਾ ਵਿਵੇਕ ਵੀ ਉਹਨੂੰ ਕੀ ਕਰਦਾ ਰਹਿੰਦਾ ਆ, ਦੱਸਦਾ ਰਹਿੰਦਾ ਆ ਕਿ ਇਹ ਠੀਕ ਨਹੀਂ, ਇਹ ਠੀਕ ਨਹੀਂ। ਕਿ ਪ੍ਰਭੂ ਆਪਣੇ ਸ੍ਰਿਸ਼ਟੀ ਦੇ ਦੁਆਰਾ ਵੀ ਕੀ ਕਰਦਾ ਰਹਿੰਦਾ ਆ, ਗੱਲਬਾਤ ਕਰਦਾ ਆ। ਜੇਕਰ ਕੋਈ ਉਹਨੂੰ ਸਮਝ ਕੇ ਆਪਣੇ ਆਪ ਨੂੰ ਮੋੜੇ ਪਾਪ ਤੋਂ ਤੇ ਪਰਮੇਸ਼ਰ ਦਾ ਰਹਿਮ ਉਹਦੇ ਤੇ ਹੁੰਦਾ। ਸੋ ਦੂਸਰਾ ਇਤਿਹਾਸ 16:9 ਵਿੱਚ ਆਪਾਂ ਦੇਖਿਆ ਸੀ ਪਰਮੇਸ਼ਰ ਮਨੁੱਖ ਦੇ ਮਨ ਦੀ ਹਾਲਤ ਨੂੰ ਦੇਖਦਾ ਹੈ। ਔਰ ਪਹਿਲਾ ਕਰੰਥੀਆਂ 2:14 ਵਿੱਚ ਆਪਾਂ ਦੇਖਿਆ ਸੀਗਾ ਕਿ ਪਰਮੇਸ਼ਰ ਆਤਮਾ ਹੈ ਤੇ ਆਤਮਾ ਦੀ ਦੁਨੀਆ ਨੂੰ ਕੋਈ ਮਨੁੱਖ ਵੀ ਆਪਣੀ ਬੁੱਧੀ ਨਾਲ ਸਮਝ ਨਹੀਂ ਸਕਦਾ, ਕਿਉਂਕਿ ਉਸ ਦੀ ਨਜ਼ਰ ਵਿੱਚ ਆਤਮਿਕ ਗੱਲਾਂ ਮੂਰਖਤਾ ਹੀ ਹਨ। ਪਰ ਜੇਕਰ ਉਹ ਸੱਚ ਜਾਣਨਾ ਚਾਹੁੰਦਾ ਹੈ ਤਾਂ ਵੀ ਉਹ ਕੁਝ ਵੀ ਕਰ ਨਹੀਂ ਸਕਦਾ। ਅਤੇ ਪਰਮੇਸ਼ਰ ਦੀ ਪਹਿਲ ਪਰਮੇਸ਼ਰ ਹੀ ਪਹਿਲ ਕਰਦਾ ਹੈ ਅਤੇ ਮਨੁੱਖ ਦੀ ਆਤਮਾ ਵਿੱਚ ਨਵਾਂ ਕੰਮ ਸ਼ੁਰੂ ਕਰਦਾ ਹੈ। ਨਵੇਂ ਜਨਮ ਦਾ ਕੰਮ ਮਨੁੱਖ ਦੀ ਆਤਮਾ ਵਿੱਚ ਉਸ ਦੀ ਬੇਹੋਸ਼ੀ ਵਿੱਚ ਪਰਮੇਸ਼ਰ ਸ਼ੁਰੂ ਕਰਦਾ ਹੈ। ਜਦੋਂ ਅਸੀਂ ਕਿਸੇ ਨੂੰ ਵਚਨ ਦੱਸਦੇ ਹਾਂ ਤਾਂ ਪਵਿੱਤਰ ਆਤਮਾ ਉਸ ਦੇ ਆਲੇ ਦੁਆਲੇ ਮੰਡਰਾਉਣ ਲੱਗਦਾ, ਜਿਸ ਦਾ ਅਸਰ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਹਾਲੇਲੂਇਆ। ਸੋ ਜਿਹੜਾ ਵੀ ਧਿਆਨ ਦੇ ਨਾਲ ਸੁਣਦਾ ਹੈ, ਇੱਕ ਪਵਿੱਤਰ ਆਤਮਾ ਪਾਏ ਹੋਏ ਅਭਿਸ਼ਿਕਤ ਦਾਸ ਦੀ ਗੱਲ ਨੂੰ, ਤੇ ਫਿਰ ਉਹ ਇਨਸਾਨ ਕਹਿੰਦਾ ਆ ਉਹਦੀਆਂ ਗਤੀਵਿਧੀਆਂ ਤੋਂ, ਉਹਦੇ ਸੁਣਨ ਦੇ ਲਹਿਜੇ ਤੋਂ, ਸੰਗਤੀ ਕਰਨ ਦੀ ਲਹਿਜੇ ਤੋਂ ਕੀ ਹੁੰਦਾ ਹੈ, ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਇਹਦੇ ਅੰਦਰ ਕੀ ਹੋ ਰਿਹਾ ਆ, ਕੰਮ ਸ਼ੁਰੂ ਹੋ ਗਿਆ। ਹਾਲੇਲੂਇਆ। ਸੋ ਦੂਸਰਾ ਕਰੰਥੀਆਂ 4 ਅਧਿਆਇ 4 ਤੋਂ 6 ਆਇਤ ਤੱਕ ਹਾਲੇਲੂਇਆ। ਸੋ ਸੋਚਣ ਨੂੰ ਆਪਾਂ ਧਿਆਨ ਨਾਲ ਸਮਝਦੇ ਹਾਂ, ਇੱਕ ਇੱਕ ਗੱਲ ਪੜ੍ਹ ਕੇ ਧਿਆਨ ਕਰਦੇ ਹਾਂ। ਜਿਨ੍ਹਾਂ ਵਿੱਚ ਇਸ ਯੁੱਗ ਦੇ ਈਸ਼ਰ ਨੇ ਬੇਪਰਤੀਤੀਆਂ ਦੀਆਂ ਬੁੱਧਾਂ ਅੰਨੀਆਂ, ਜਿਹੜੇ ਬੇਪਰਤੀਤੇ ਆ ਉਹਨਾਂ ਦੀਆਂ ਬੁੱਧਾਂ ਇਸ ਜਗਤ ਦੇ ਈਸ਼ਵਰ ਨੇ ਕੀ ਕੀਤੀਆਂ? ਇਹਦਾ ਮਤਲਬ ਕਿ ਜਗਤ ਦਾ ਈਸ਼ਵਰ ਵੀ ਹੈਗਾ, ਇੱਕ ਈਸ਼ਵਰ ਤਾਂ ਈਸ਼ਵਰਾਂ ਦਾ ਈਸ਼ਵਰ ਹੈ। ਹਾਲੇਲੂਇਆ। ਸੋ ਇਸ ਜਗਤ ਦਾ ਈਸ਼ਵਰ, ਸੰਸਾਰ ਦਾ ਜਿਹੜਾ ਰੱਬ ਆ, ਉਹਨੇ ਕੀ ਕੀਤਾ ਆ, ਬੇਪਰਤੀਤਿਆਂ ਦੀਆਂ ਅੱਖਾਂ ਨੂੰ ਕੀ ਕੀਤਾ ਆ, ਅੰਨ੍ਹਿਆ ਕੀਤਾ। ਸੋ ਜਿਨ੍ਹਾਂ ਦੇ ਵਿੱਚ ਰੱਬ ਨੂੰ ਜਾਣਨ ਦੀ ਚਾਹਤ ਨਹੀਂ ਹੈ ਨਾ, ਉਹਨਾਂ ਨੂੰ ਕੀ ਕੀਤਾ ਹੈ, ਪੂਰੀ ਤਰ੍ਹਾਂ ਅੰਨ੍ਹਿਆ ਕੀਤਾ ਹੋਇਆ। ਹਾਂ, ਬੇਪਰਤੀਤਿਆਂ ਨੇ ਬੁੱਧਾਂ ਨੂੰ ਅੰਨ੍ਹਿਆ ਕੀਤਾ। ਅਤੇ ਮਸੀਹ ਜੋ ਪਰਮੇਸ਼ਰ ਦਾ ਸਰੂਪ ਹੈ। ਇਹ ਗੱਲ ਹੋਰ ਸਮਝਣ ਵਾਲੀ ਆ। ਅੰਨਾ ਕੱਲਾ ਬੰਦਾ ਅੱਖਾਂ ਦਾ ਨਹੀਂ ਹੁੰਦਾ, ਬੁੱਧ ਦਾ ਵੀ ਕੀ ਹੁੰਦਾ ਭਲਾ, ਅੰਨਾਪਨ। ਬੁੱਧ ਚ ਵੀ ਅੰਨਾਪਨ ਹੁੰਦਾ, ਬੁੱਧੀ ਸਹੀ ਤਰੀਕੇ ਨਾਲ ਕੰਮ ਕਰਦੀ ਨਹੀਂ। ਅੱਖਾਂ ਅੰਨੀਆਂ ਮਤਲਬ ਸਹੀ ਤਰੀਕੇ ਨਾਲ ਬੰਦਾ ਚੱਲ ਫਿਰ ਸਕਦਾ ਨਹੀਂ, ਤੇ ਬੁੱਧੀ ਵੀ ਅੰਨੀ ਹੈ ਤੇ ਸਹੀ ਤਰੀਕੇ ਨਾਲ ਸੋਚ ਵਿਚਾਰ ਕਰ ਸਕਦਾ ਨਹੀਂ। ਹਾਂ, ਅਤੇ ਮਸੀਹ ਜੋ ਪਰਮੇਸ਼ਰ ਦਾ ਸਰੂਪ ਹੈ। ਕਿਉਂ ਅੱਖਾਂ ਮੰਨ ਕੇ ਰੱਖੀਆਂ ਆ ਸੰਸਾਰ ਦੇ ਈਸ਼ਵਰ ਨੇ? ਵੀ ਮਸੀਹ ਜਿਹੜਾ ਪਰਮੇਸ਼ਰ ਦਾ ਸਰੂਪ ਆ, ਉਹਦੇ ਤੇਜ ਦੀ ਖੁਸ਼ਖਬਰੀ, ਉਹਦੇ ਤੇਜ ਦੀ, ਜਲਾਲ ਦੀ ਜਿਹੜੀ ਰੋਸ਼ਨੀ ਦੀ ਖੁਸ਼ਖਬਰੀ ਆ, ਤਾਂ ਚਾਨਣ ਉੱਤੇ ਉਹਨਾਂ ਉੱਤੇ ਪ੍ਰਕਾਸ਼ ਹਾਂ, ਹੋਵੇ। ਜਿਹੜੀ ਤੇਜ ਦੀ ਖੁਸ਼ਖਬਰੀ ਦਾ ਜਿਹੜਾ ਚਾਨਣ ਆ, ਉਹਨਾਂ ਦੇ ਉੱਤੇ ਪ੍ਰਕਾਸ਼ ਹੋਵੇ। ਇਹਦੇ ਲਈ ਸ਼ੈਤਾਨ ਨੇ ਕੀ ਕਰ ਦਿੱਤਾ ਹੋਇਆ? ਉਹਨੇ ਅੱਖਾਂ ਨੂੰ ਕੀ ਕਰਦਾ ਆ, ਬੁੱਧੀਆਂ ਨੂੰ ਕੀ ਕਰਦਾ ਆ,
ਅੰਨ੍ਹੀਆਂ ਕਰ ਦਿੱਤਾ ਹੈ, ਪ੍ਰਕਾਸ਼ ਨਾ ਹੋਵੇ ਵੀ ਉਹਨਾਂ ਤੇ ਪ੍ਰਕਾਸ਼ ਹੀ ਨਾ ਹੋਵੇ, ਇਸ ਲਈ ਉਹਨੇ ਕੀ ਕੀਤਾ ਹੈ? ਅੰਨਾ ਕਰ ਉਹਨੇ ਕੀ ਇਸ ਗੱਲ ਕਰਕੇ ਅੰਨਾ ਕੀਤਾ ਹੈ ਕਿ ਇਹਨਾਂ ਤੇ ਪ੍ਰਕਾਸ਼ ਹੋਵੇ ਹੀ ਨਾ। ਹਾਲੇਲੂਇਆ। ਜਾਂ ਇਹ ਉਸ ਪ੍ਰਕਾਸ਼ ਨੂੰ ਸਮਝ ਸਕਣ ਹੀ ਨਾ। ਹਾਂਜੀ ਕਿਉਂ ਜੋ ਅਸੀਂ ਆਪਣਾ ਨਹੀਂ ਹਾਂ। ਸਗੋਂ ਮਸੀਹ ਯਿਸੂ ਦਾ ਪ੍ਰਚਾਰ ਕਰਦੇ ਹਾਂ। ਹਾਂ, ਇੱਥੇ ਕੀ ਕਹਿ ਰਿਹਾ ਦਾਸ ਕਿ ਅਸੀਂ ਆਪਣਾ ਨਹੀਂ ਕਿਹਦਾ ਪ੍ਰਚਾਰ ਕਰਦੇ ਹਾਂ? ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰਦੇ ਹਾਂ। ਹਾਂ, ਭਈ ਉਹ ਪ੍ਰਭੂ ਹੈ ਭਈ ਉਹ ਕੀ ਆ? ਪ੍ਰਭੂ ਆ। ਹਾਂ, ਅਤੇ ਅਸੀਂ ਆਪ ਯਿਸੂ ਦੇ ਨਿਮਿਤ ਤੁਹਾਡੇ ਦਾਸ ਹਾਂ। ਅਸੀਂ ਆਪ ਯਿਸੂ ਦੇ ਨਿਮਿਤ ਕੀ ਆ? ਤੁਹਾਡੇ ਦਾਸ ਹਾਂ। ਕਿਉਂ ਜੋ ਪਰਮੇਸ਼ਵਰ ਜੀ ਨੇ ਆਖਿਆ ਸੀ ਕਿਉਂਕਿ ਪਰਮੇਸ਼ਵਰ ਜਿਹਨੇ ਆਖਿਆ ਸੀ ਜੋ ਹਨੇਰੋਂ ਚਾਨਣ ਚਮਕੇ, ਹਾਂ, ਉਹ ਸਾਡੀਆਂ ਮਨਾਂ ਵਿੱਚ ਚਮਕਿਆ। ਜਿਹਨੇ ਆਖਿਆ ਸੀ ਹਨੇਰੇ ਤੋਂ ਕੀ ਹੋਵੇ? ਚੰਨ ਪਰਮੇਸ਼ਰ ਨੇ ਕਿਹਾ ਸੀ ਚਾਨਣ ਹੋਵੇ ਤੇ ਚਾਨਣ ਕੀ ਆ? ਹੋ ਗਿਆ। ਜਿਹਨੇ ਆਖਿਆ ਸੀ ਹਨੇਰਿਓਂ ਚਾਨਣ ਚਮਕੇ ਤੇ ਉਹ ਸਾਡੇ ਮਨਾਂ 'ਚ ਕੀ ਹੋ ਗਿਆ? ਚਮਕਿਆ। ਹਾਲੇਲੂਇਆ, ਹਾਲੇਲੂਇਆ। ਸੋ ਸਾਡੇ ਮਨਾਂ 'ਚ ਚਾਨਣ ਖੁਦਾ ਨੇ ਕੀ ਕਰਤਾ? ਉਹ ਚਮਕਾ ਦਿੱਤਾ। ਜਿਹਨੇ ਦਿਲਚਸਪੀ ਦਿਖਾਈ ਉਹਦੇ ਜਲਾਲੀ ਵਚਨ ਨੂੰ ਸੁਣ ਲਈ, ਪ੍ਰਕਾਸ਼ਮਾਨ ਵਚਨ ਨੂੰ ਸੁਣ ਲਈ, ਪਰਮੇਸ਼ਰ ਨੇ ਉਹਦੇ ਤੇ ਕੀ ਕਰਤਾ? ਚਾਨਣ ਚਮਕਾ ਦਿੱਤਾ। ਹਾਲੇਲੂਇਆ। ਹਾਲੇਲੂਇਆ। ਆਪਾਂ ਉਹ ਹੀ ਆ ਜਿਹਨਾਂ ਦੇ ਉੱਤੇ ਪਰਮੇਸ਼ਰ ਨੇ ਕੀ ਕੀਤਾ ਹੋਇਆ? ਆਪਣਾ ਚਾਨਣ ਚਮਕਾ ਦਿੱਤਾ। ਹੁਣ ਅਸੀਂ ਕੀ ਕਰਨਾ ਹੈ? ਆਪਣਾ ਮਨ ਬਣਾਉਣਾ। ਮਨ ਹਜੇ ਵੀ ਸਾਡਾ ਹੀ ਆ, ਮਰਜ਼ੀ ਹਜੇ ਵੀ ਕੀ ਆ? ਸਾਡੀ ਆਜ਼ਾਦ। ਇੱਕ ਸਿਸਟਰ ਨੇ ਮੇਰੇ ਨਾਲ ਗੱਲ ਕੀਤੀ ਕਿ ਜਦੋਂ ਕੋਈ ਕਿਸੇ ਨੂੰ ਪ੍ਰਭੂ ਚੁਣ ਲੈਂਦਾ ਤੇ ਉਹਦੀ ਆਜ਼ਾਦ ਮਰਜ਼ੀ ਉਹਦੀ ਨਹੀਂ ਹੁੰਦੀ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਦਾਂ ਕੋਈ ਵੀ ਭੈਣ ਭਰਾ ਭੁਲੇਖੇ ਚ ਨਾ ਰਹੇ। ਆਜ਼ਾਦ ਮਰਜ਼ੀ ਜਿਹੜੀ ਤੁਹਾਡੇ ਕੋਲ ਆ, ਤੁਹਾਡੇ ਅੰਤ ਤੱਕ ਤੁਹਾਡੇ ਕੋਲ ਹੀ ਆ। ਜਦੋਂ ਚਾਹੋ ਤੁਹਾਨੂੰ ਯਿਸੂ ਚੰਗਾ ਨਾ ਲੱਗੇ, ਤੁਸੀਂ ਕੀ ਕਰ ਸਕਦੇ ਆ? ਮੋੜ ਸਕਦੇ ਆ। ਕਿਉਂਕਿ ਜੇ ਉਹਦੇ ਆਜ਼ਾਦ ਮਰਜ਼ੀ ਤੁਹਾਨੂੰ ਦਿੱਤੀ ਆ ਤੇ ਜੇ ਆਜ਼ਾਦ ਮਰਜ਼ੀ ਤੁਹਾਡੇ ਕੋਲ ਖੋਹ ਲਵੇ ਤੇ ਇਹਦਾ ਮਤਲਬ ਹੈ ਤੁਸੀਂ ਉਹਦੇ ਪੁੱਤਰ ਕਾਦੇ ਹੋਏ, ਉਹਦੇ ਦੋਸਤ ਕਾਦੇ ਹੋਏ, ਉਹਦੀ ਦੁਲਹਨ ਕਾਦੀ ਹੋਈ, ਫਿਰ ਉਹ ਵਫਾਦਾਰ ਕਾਦਾ ਹੋਇਆ? ਕਿਉਂਕਿ ਸਾਡੇ ਵਿੱਚ ਚੱਲਦੀ ਆਜ਼ਾਦ ਮਰਜ਼ੀ ਇਹ ਦੱਸਦੀ ਆ ਕਿ ਪਰਮੇਸ਼ਰ ਮੇਰੇ ਤੇ ਪ੍ਰੈਸ਼ਰ ਪਾਉਂਦਾ ਨਹੀਂ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਉਹਨੇ ਤਾਂ ਕਿਹਾ ਵੀ ਤੂੰ ਜਿੰਨਾ ਸੱਚਾ ਮੈਂ ਤੇਰੇ ਨਾਲ ਪਿਆਰ ਕੀਤਾ ਹੈ, ਇਸ ਸੱਚੇ ਪਿਆਰ ਨੂੰ ਆਪਣੀ ਆਜ਼ਾਦ ਮਰਜ਼ੀ ਦੇ ਵਿੱਚ ਹੀ ਉਸ ਪਿਆਰ ਦੀ ਕਦਰ ਕਰਦਾ ਹੋਇਆ ਤੂੰ ਆਗਿਆਕਾਰ ਰਹਿਣਾ ਚਾਹੁੰਦਾ ਤੇ ਰਹਿ ਲਾ। ਜੇ ਤੂੰ ਆਗਿਆਕਾਰ ਨਹੀਂ ਰਹਿਣਾ ਚਾਹੁੰਦਾ ਤੇ ਕੋਈ ਤੈਨੂੰ ਹੋਰ ਫੜ ਲਊਗਾ। ਜਿਹੜਾ ਤੈਨੂੰ ਹੋਰ ਫੜੂਗਾ ਤੇ ਤੈਨੂੰ ਕਿਸੇ ਹੋਰ ਜਗ੍ਹਾ ਤੇ ਉਹ ਲੈ ਜਾਊਗਾ। ਪਰ ਮੈਂ ਚਾਹੁੰਦਾ ਤੂੰ ਮੇਰੇ ਪਿਆਰ ਨੂੰ ਸਮਝਦਾ, ਜਿਹੜੇ ਤੇਰੇ ਲਈ ਬਲੀ ਹੋਈ ਆ ਉਹਨੂੰ ਸਮਝਦਾ ਹੈ। ਤੂੰ ਆਪਣੇ ਜੀਵਨ ਨੂੰ ਕੀ ਕਰ ਲਾ? ਠੀਕ। ਪਰਮੇਸ਼ਰ ਦੀ ਚਾਹਤ ਹੈ ਕਿ ਤੂੰ ਆਪਣੇ ਆਪ ਨੂੰ ਕੀ ਕਰ ਲਾ? ਠੀਕ ਕਰ ਲਾ। ਪਰ ਆਪਣੇ ਆਪ ਨੂੰ ਤੈਨੂੰ ਠੀਕ ਕਰਨ ਲਈ ਪਰਮੇਸ਼ਰ ਦਾ ਤੇਰੇ ਤੇ ਕੋਈ ਪ੍ਰੈਸ਼ਰ ਨਹੀਂ। ਹਾਂ, ਪਰਮੇਸ਼ਰ ਵੱਲੋਂ ਤੇਰੇ ਲਈ ਇੰਤਜ਼ਾਮ ਹੈਗੇ। ਹਾਲੇਲੂਇਆ। ਗੱਲ ਇਹ ਸਮਝ ਆਉਂਦੀ? ਬਾਰ-ਬਾਰ ਸੁਣਿਓ ਫਿਰ ਇੰਨੀ ਗੱਲ। ਹਾਲੇਲੂਇਆ। ਇੰਤਜ਼ਾਮ ਉਹਦੇ ਵੱਲੋਂ ਹੈਗੇ ਆ ਤੁਹਾਡੇ ਲਈ, ਗੱਲ ਸੁਣਨ ਲਈ। ਪਰ ਗੱਲ ਤੁਹਾਡੇ ਤੇ ਥੋਪਣ ਦਾ ਉਹਦਾ ਕੋਈ ਵੀ ਮਨ ਹੈਗਾ। ਹਾਲੇਲੂਇਆ, ਹਾਲੇਲੂਇਆ। ਇਹਦੇ ਆਪਣੇ ਕੋਲ ਆਜ਼ਾਦ ਮਰਜ਼ੀ ਹੈ। ਕਿਉਂਕਿ ਆਜ਼ਾਦ ਮਰਜ਼ੀ ਨਾਲ ਹੀ ਆਪਾਂ ਕਰਾਂਗੇ। ਜੇ ਆਜ਼ਾਦ ਮਰਜ਼ੀ ਕੋਲੀ ਤੇ ਫਿਰ ਤਾਂ ਗੁਲਾਮ ਤਾਂ ਜੋ ਮਰਜ਼ੀ ਕਰਾ ਲਓ, ਹੈਨਾ। ਸੋ ਅਸੀਂ ਜੇਕਰ ਮਸੀਹ ਦੇ ਗੁਲਾਮ ਵੀ ਬਣਨਾ ਆ ਤੇ ਕਿੱਦਾਂ ਬਣਨਾ ਆ? ਆਜ਼ਾਦ ਮਰਜ਼ੀ ਨਾਲ ਹੀ ਬਣਨਾ ਹੈ। ਹਾਲੇਲੂਇਆ। ਇਹਦਾ ਵਚਨ ਚ ਲਿਖਿਆ ਹੋਵੇ ਹੁਣ ਤੁਸੀਂ ਕਿਹਦੇ ਦਾਸ ਹੋ? ਹੁਣ ਪਾਪ ਦੇ ਨਹੀਂ, ਕਿਹਦੇ ਹੋ? ਪਰਮੇਸ਼ਰ ਦੇ ਦਾਸ। ਹੁਣ ਤੁਸੀਂ ਹੋ, ਰਹਿਣਾ ਚਾਹੋ ਚਾਹੇ ਨਾ ਰਹਿਣਾ ਚਾਹੋ। ਹਾਂ ਹੈ। ਹਾਲੇਲੂਇਆ। ਜਦੋਂ ਇਹ ਗੱਲ ਮੇਰੇ ਖਾਨੇ ਪਈ ਹੋਈ ਨਾ ਤੇ ਮੈਂ ਪਰਮੇਸ਼ਰ ਨੂੰ ਉਸੇ ਨਜ਼ਰੀਏ ਦੇ ਨਾਲ ਦੇਖਦਾ, ਉਹਦੀ ਯੋਜਨਾ ਨੂੰ, ਆਪਣੀ ਜ਼ਿੰਦਗੀ ਨੂੰ ਉਸੇ ਨਜ਼ਰੀਏ ਨਾਲ ਦੇਖਦਾ। ਜਿੱਥੇ ਵੀ ਮੈਂ ਆਪਣੀ ਮਰਜ਼ੀ ਬੁੱਧ ਨੂੰ ਇਸਤੇਮਾਲ ਕਰਦੇ ਹੋਏ ਚੱਲਦਾ ਤੇ ਮੈਨੂੰ ਪਤਾ ਹੁੰਦਾ ਇੱਥੇ ਇਹਦੀ ਮੈਨੂੰ ਸਜ਼ਾ ਆਉਣੀ ਹੈ, ਨਾ ਮੈਨੂੰ ਘਾਟਾ ਪੈਣਾ ਹੀ ਪੈਣਾ ਆ। ਕਿਉਂਕਿ ਇੱਥੇ ਰੱਬ ਦਾ ਕੋਈ ਦੋਸ਼ ਹੈ ਨਹੀਂਗਾ। ਤੇ ਜੇ ਤੇ ਉਹ ਮੈਨੂੰ ਕੋਈ ਸਜ਼ਾ ਵੀ ਦੇਵੇ ਤੇ ਮੇਰਾ ਰੱਬ ਨਾਲ ਗਿਲਾ ਵੀ ਬਣਦਾ ਨਹੀਂ। ਹਾਲੇਲੂਇਆ। ਕਿਉਂਕਿ ਉਹਨੇ ਤਾਂ ਜੋ ਕੁਝ ਮੇਰੇ ਲਈ ਕਰ ਦਿੱਤਾ ਤੇ ਕੋਈ ਕਰ ਵੀ ਸਕਦਾ ਨਹੀਂ, ਕੋਈ ਨਹੀਂ ਕਰ ਸਕਦਾ। ਪਰ ਉਹਦੇ ਇੰਨੇ ਇੰਤਜ਼ਾਮ ਦੇ ਬਾਵਜੂਦ ਵੀ ਮੈਂ ਉਹਦੇ ਨਾਲ, ਉਹਦੀ ਆਗਿਆ ਵਿੱਚ ਨਹੀਂ ਚੱਲਦਾ ਤੇ ਕਹਿੰਦਾ ਫਿਰ ਤੂੰ ਮੇਰੇ ਨਾਲ ਪਿਆਰ ਕਰਦਾ ਹੀ ਨਹੀਂ। ਇਹ ਪਿਆਰ ਕਰੇ ਤਾਂ ਮੇਰੀ ਆਗਿਆ ਦੇ ਵਿੱਚ ਕੀ ਕਰੂੰਗਾ? ਚੱਲੂੰਗਾ। ਆਗਿਆ ਨੂੰ ਕੀ ਕਰੂੰਗਾ? ਮੰਨੂੰਗਾ। ਹਾਲੇਲੂਇਆ। ਸੋ ਸਾਡੇ ਉੱਤੇ ਉਹਨੇ ਕੀ ਕਰ ਦਿੱਤਾ ਆ? ਚਾਨਣ ਚਮਕਾ ਦਿੱਤਾ ਆ।
ਹੁਣ ਅਸੀਂ ਕੀ ਕਰਨਾ ਹੈ? ਆਜ਼ਾਦ ਮਰਜ਼ੀ ਨਾਲ ਇਸ ਚਾਨਣ ਵਿੱਚ ਅੱਗੇ ਵਧਣਾ। ਹਾਲੇਲੂਇਆ। ਕੀ ਕਰਨਾ ਵੀ? ਚਾਨਣ ਵਿੱਚ ਅੱਗੇ ਵਧਣਾ। ਦੇਖੋ ਇੱਥੇ ਆ ਲਾਈਟ ਜਲਦੀ ਨਾ, ਇੱਥੇ ਜਿੱਥੇ ਕਿ ਜਿੰਨੇ ਘੇਰੇ ਚ ਮੈਂ ਬਾਵਾ ਚਾਨਣ ਆ ਨਾ, ਤੇ ਜਦੋਂ ਇੱਥੇ ਮੈਂ ਪਿੱਛੇ ਹਟਦਾ ਗਿਆ ਤੇ ਚਾਨਣ ਕੀ ਹੁੰਦਾ ਜਾਣਾ ਆ? ਘਟਦਾ ਜਾਣਾ। ਤੇ ਪਿੱਛੋਂ ਅੱਗੇ ਆਉਂਦਾ ਗਿਆ ਤੇ ਚਾਨਣ ਕੀ ਹੁੰਦਾ ਜਾਣਾ ਆ? ਵੱਧਦਾ ਜਾਣਾ। ਇਹ ਚਾਨਣ ਜਿਹੜਾ ਖੁਦਾ ਨੇ ਸਾਡੇ ਤੇ ਦਿੱਤਾ, ਖੁਦਾ ਦਾ ਚਾਨਣ ਸਾਡੇ ਤੇ ਕੀ ਹੋ ਜਾਂਦਾ ਆ? ਇਹ ਪ੍ਰਕਾਸ਼ ਜਦੋਂ ਹੁੰਦਾ ਆ, ਤੇ ਜਿੰਨੇ ਚਾਨਣ ਚ ਅਸੀਂ ਰਹਿੰਦੇ ਆ ਓਨਾ ਹੀ ਸਾਡੇ ਤੇ ਛਪਦਾ। ਮੀਨ ਜਿੰਨੇ ਪ੍ਰਤੀਸ਼ਤ ਅਸੀਂ ਕਦਮ ਅੱਗੇ ਲੈ ਕੇ ਜਾਣੇ ਓਨਾ ਹੀ ਸਾਡੇ ਤੇ ਨੂਰ ਉਹਦਾ। ਹਾਲੇਲੂਇਆ। ਮੰਨ ਲਓ 10 ਕਦਮ ਦੂਰ ਆ ਰੱਬ ਮੇਰੇ ਤੋਂ, ਮੈਂ ਇੱਕ ਕਦਮ ਚੱਕ ਲਿਆ ਤੇ ਚਾਨਣ ਇੱਕ ਕਦਮ ਮੇਰੇ ਤੇ ਕੀ ਹੋ ਗਿਆ ਭਲਾ? ਛਪ ਗਿਆ। ਉਹਦਾ ਪ੍ਰਕਾਸ਼, ਉਹਦਾ ਗਿਆਨ, ਉਹਦਾ ਪਿਆਰ 1% ਮੇਰੇ ਤੇ ਕੀ ਹੋ ਗਿਆ? ਵੜ ਗਿਆ। ਅਗਲਾ ਕਦਮ ਚੱਕੂਗਾ ਤੇ ਫਿਰ ਉਸੇ ਤਰੀਕੇ ਦੇ ਨਾਲ ਮੈਂ ਵਧਦਾ ਜਾਣਾ। ਮੂਸਾ ਉੱਥੇ ਠਹਿਰ ਗਿਆ 40 ਦਿਨ ਤੇ 40 ਰਾਤ, ਤੇ ਵਾਪਸ ਆਇਆ ਤੇ ਉਹਨੂੰ ਚਿਹਰੇ ਤੇ ਕੀ ਪਾਉਣਾ ਪਿਆ? ਕਪੜਾ ਪਾਉਣਾ ਪਿਆ। ਹਾਲੇਲੂਇਆ। ਤੇ ਯਾਨੀ ਕਿ ਉਹਦਾ ਮਨ ਇੰਨਾ ਚਾਨਣ ਨਾਲ ਭਰ ਗਿਆ, ਆਤਮਾ ਤੱਕ ਇੰਨਾ ਚਾਨਣ ਦਾ ਪ੍ਰਭਾਵ ਉਹਦੇ ਤੇ ਗਿਆ ਕਿ ਚਿਹਰਾ ਵੀ ਕੀ ਹੋ ਗਿਆ? ਉਹਦਾ ਚਾਨਣ ਲੱਗਾ, ਰੋਸ਼ਨੀ ਦੇ ਨਾਲ ਭਰ ਗਿਆ। ਮਰਤੇ ਦਮ ਤੱਕ ਬਚਨ ਚ ਲਿਖਿਆ ਉਹਦੇ ਤੋਂ ਨੂਰ ਘਟਿਆ ਨਾ, ਉਹਦੀ ਅੱਖਾਂ ਦੀ ਰੋਸ਼ਨੀ ਘਟੀ। ਇਹਨੇ ਲਿਖਿਆ ਨਾ। ਹਾਲੇਲੂਇਆ। ਦੇਖ ਲਓ ਉਹਦੇ ਤੋਂ ਪਹਿਲਾਂ ਜਿਹੜੇ ਪਰਮੇਸ਼ਰ ਦੇ ਮਿੱਤਰ ਸੀ, ਅਬਰਾਹਮ ਹੋਣ, ਹਨਾ, ਯਾਕੂਬ, ਇਸਰਾਇਲ, ਫਤਹ ਪਾਇਆ ਹੋਇਆ ਦਾ ਮਤਲਬ ਸੀਗਾ, ਹਨਾ, ਉਹ ਜਿੰਨੇ ਵੀ ਹੋਏ ਉਹਨਾਂ ਦੇ ਉੱਤੇ ਇਹਨਾਂ ਚਾਨਣ ਨਹੀਂ ਸੀ ਜਿੰਨਾ ਕਿ ਤੇ ਰਿਹਾ ਮੂਸਾ। ਕਿਉਂਕਿ ਮੂਸਾ ਨੇ ਹਜ਼ੂਰੀ ਦੇ ਵਿੱਚ ਆਪਣੇ ਆਪ ਨੂੰ ਕੀ ਕਰਤਾ? ਜ਼ਿਆਦਾ ਸਮਾਂ ਦੇ ਦਿੱਤਾ, ਔਰ ਜ਼ਿਆਦਾ ਸਮਾਂ ਦੇਣ ਦਾ ਕਰਕੇ ਉਹਦੇ ਤੇ ਜ਼ਿਆਦਾ ਰੋਸ਼ਨੀ ਰਹੀ। ਠੀਕ ਹੈ ਨਾ। ਇਸਹਾਕ ਦੀ ਵੀ ਅੱਖਾਂ ਦੀ ਰੋਸ਼ਨੀ ਕੀ ਹੋ ਗਈ ਸੀ ਭਲਾ? ਘਟ ਗਈ ਸੀ। ਹਾਲੇਲੂਇਆ। ਹਾਲੇਲੂਇਆ। ਸੋ ਕਹਿਣ ਦਾ ਮਤਲਬ ਆ ਅਸੀਂ ਸਾਡੇ ਤੇ ਹੁਣ ਉਹਨੇ ਕੀ ਕੀਤਾ ਆ? ਜਿੱਦਾਂ ਉਹਨੇ ਕਿਹਾ ਸੀ ਹਨੇਰਿਓਂ ਚਾਨਣ ਕੀ ਹੋਵੇ? ਚਮਕੇ, ਹਨਾ। ਤੇ ਇਦਾਂ ਹੀ ਸਾਡੇ ਚ ਕੀ ਹੋਇਆ? ਉਹ ਚਾਨਣ ਚਮਕਿਆ। ਅਸੀਂ ਪਾਪ ਦੇ ਹਨੇਰੇ ਚ ਸਾਡੇ ਤੇ ਚਾਨਣ ਚਮਕਿਆ ਹੈ। ਹੁਣ ਫਿਰ ਚਾਨਣ ਚਮਕਾ ਕੇ ਸਾਡੀ ਹੀ ਆਜ਼ਾਦ ਮਰਜ਼ੀ ਨੂੰ ਅਸੀਂ ਪ੍ਰਭੂ ਦੇ ਲਈ ਇਸਤੇਮਾਲ ਕਰਨਾ। ਜਿਹੜਾ ਅਸੀਂ ਆਜ਼ਾਦ ਮਰਜ਼ੀ ਨੂੰ ਸ਼ੈਤਾਨ ਦੇ ਕੰਮਾਂ ਲਈ ਇਸਤੇਮਾਲ ਕਰ ਰਹੇ ਸੀ, ਪਾਪ ਦੇ ਕੰਮਾਂ ਲਈ ਇਸਤੇਮਾਲ ਕਰ ਰਹੇ ਸੀ, ਪਰਮੇਸ਼ਰ ਦੇ ਕੰਮਾਂ ਲਈ ਉਹਨੂੰ ਕੀ ਕਰਨਾ ਆ? ਇਸਤੇਮਾਲ ਕਰਨਾ। ਹਾਲੇਲੂਇਆ। 14 ਤੱਕ ਹੋ ਗਿਆ, ਆਪਣੇ ਸੌਰੀ 6 ਤੱਕ ਹੋ ਗਿਆ। ਹੋ ਗਿਆ ਜੀ। ਲਿਖ ਲਓ, ਜਿਹਦੇ ਲਈ ਕੁਝ ਗੱਲਾਂ ਲਿਖ ਲਓ, ਮੇਰਾ ਪੱਕਾ। ਪਰਮੇਸ਼ਵਰ ਆਪਣੀ ਤੇਜਵਾਨ ਖੁਸ਼ਖਬਰੀ ਦਾ ਪ੍ਰਕਾਸ਼, ਤਾਂ ਥੋੜਾ ਲੰਬੇ ਇਹਨਾਂ ਦੇ ਹਿੰਟ ਆ ਤਾਂ ਕਿ ਤੁਸੀਂ ਬਾਅਦ ਚ ਵੀ ਇਹਨਾਂ ਨੂੰ ਪੜੋ, ਤੇ ਇਹਨੂੰ ਜਿਹੜੇ ਪੜ੍ਹੇ ਨੇਗੇ ਉਹ ਫੇਸਬੁੱਕ ਤੇ YouTube ਤੇ ਇਹਨੂੰ ਕੀ ਕਰੋ? ਲਗਾਤਾਰ ਸੁਣੋ। ਇਹਨੂੰ ਇਦਾਂ ਆਪਣੇ ਵਿੱਚ ਯਾਨੀ ਕਿ ਕਰ ਲਓ ਤਿਆਰ, ਜਿੱਦਾਂ ਕੋਈ ਸੀਰੀਅਲ ਯਾਦ ਰਹਿ ਜਾਂਦਾ, ਕੋਈ ਫਿਲਮ ਯਾਦ ਰਹਿ ਜਾਂਦੀ, ਕੋਈ ਡਾਇਲੌਗ ਯਾਦ ਰਹਿ ਜਾਂਦਾ। ਹਾਲੇਲੂਇਆ। ਸਮਝੇ? ਉਹਦਾ ਪਰਮੇਸ਼ਰ ਆਪਣੇ ਤੇਜਵਾਨ ਖੁਸ਼ਖਬਰੀ ਦਾ ਪ੍ਰਕਾਸ਼ ਹਰੇਕ ਦੇ ਅੰਦਰ ਭੇਜਣਾ ਚਾਹੁੰਦਾ ਹੈ। ਜੀ, ਤੇਜਵਾਨ ਖੁਸ਼ਖਬਰੀ, ਇੱਕ ਖੁਸ਼ਖਬਰੀ ਆ, ਇੱਕ ਕੀ ਹੈ ਭਲਾ? ਤੇਜਵਾਨ ਖੁਸ਼ਖਬਰੀ। ਜਿਹੜੀ ਖੁਸ਼ਖਬਰੀ ਆ ਉਹ ਕਹਿੰਦੀ ਆ, ਇਹ ਥੱਕੇ ਤੇ ਭਾਰੇ ਦੱਬੇ ਲੋਕੋ ਆਓ ਮੈਂ ਤੁਹਾਨੂੰ ਆਰਾਮ ਦੇਵਾਂ। ਜਿਹੜੀ ਤੇਜਵਾਨ ਖੁਸ਼ਖਬਰੀ ਆ ਉਹ ਕਹਿੰਦੀ ਆ ਕੀਮਤ ਦੇਣੀ ਪੈਣੀ। ਜਿਹੜੀ ਖੁਸ਼ਖਬਰੀ ਆ ਇਹ ਹਰੇਕ ਜਗ੍ਹਾ ਤੇ ਪਾਈ ਜਾਂਦੀ ਆ, ਪਰ ਜਿਹੜੀ ਤੇਜਵਾਨ ਖੁਸ਼ਖਬਰੀ ਆ ਇਹ ਹਰ ਜਗ੍ਹਾ ਤੇ ਪਾਈ ਜਾਂਦੀ ਨਹੀਂ, ਕਿਉਂਕਿ ਇਹਦੇ ਚ ਕੀ ਦੇਣੀ ਪੈਂਦੀ ਆ? ਕੀਮਤ ਦੇਣੀ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਇਹਦੇ ਚ ਚਰਚ ਆਉਣ ਲਈ ਵੀ ਕੀ ਦੇਣੀ ਪੈਣੀ ਭਲਾ? ਛੋਟੋ ਪੁਰਾਣਾ ਇੱਥੇ ਕਿ ਠੀਕ ਸੀ ਆ 5 ਮਿੰਟ ਹੁੰਦੇ, ਉੱਥੇ ਦੂਰ ਆ। ਹਾਲੇਲੂਇਆ। ਕੁਛ ਨਾ ਕੁਛ ਮਨ ਚ ਇਦਾਂ ਆਇਆ, ਪਰ ਕੀਮਤ ਕੀ ਕਰਨੀ ਪੈਣੀ ਆ? ਦੇਣੀ। ਜੇ ਖੁਸ਼ਖਬਰੀ ਤੇ ਰਹੋਗੇ ਕਿ ਫਿਰ ਸੰਸਾਰ ਦੀਆਂ ਚੀਜ਼ਾਂ ਪਾ ਲਓਗੇ। ਹਾਲੇਲੂਇਆ। ਇਹ ਸੰਸਾਰ 'ਚ ਹੀ ਰਹਿ ਜਾਓਗੇ। ਪਰ ਜੇ ਤੇਜਵਾਨ ਖੁਸ਼ਖਬਰੀ ਸੁਣੋਗੇ ਕਿ ਫਿਰ ਸੰਸਾਰ ਤੋਂ ਮਨ ਚੱਕ ਹੋਊਗਾ ਤੇ ਸਵਰਗ ਦੇ ਅਧਿਕਾਰੀ ਹੋਗਾ। ਹਾਲੇਲੂਇਆ। ਇਸ ਲਈ ਆ ਪਰਮੇਸ਼ਰ ਆਪਣੇ ਤੇਜਵਾਨ ਖੁਸ਼ਖਬਰੀ ਦਾ ਪ੍ਰਕਾਸ਼
ਹਰੇਕ ਦੇ ਅੰਦਰ ਭੇਜਣਾ ਚਾਹੁੰਦਾ ਹੈ। ਉਹਦੀ ਤਾਂ ਚਾਹਤ ਇਹ ਹੈ ਹਰੇਕ ਦੇ ਅੰਦਰ ਇਹ ਚਲੇ ਜਾਏ ਤੇਜਵਾਨ ਖੁਸ਼ਖਬਰੀ। ਕਿਉਂਕਿ ਜਦੋਂ ਤੇਜਵਾਨ ਖੁਸ਼ਖਬਰੀ ਦਾ ਬਾਰੇ ਯਿਸੂ ਮਸੀਹ ਨੇ ਦੱਸਣਾ ਸ਼ੁਰੂ ਕੀਤਾ ਨਾ, ਤੇ ਜਿਹੜੇ 70 ਚੇਲੇ ਸੀਗੇ ਨਾ, 70 ਚੇਲੇ ਯਿਸੂ ਮਸੀਹ ਦੇ, ਉਹ ਡਾਢੇ ਔਖੇ ਹੋ ਗਏ। ਉਹ ਕਹਿੰਦੇ ਇਹ ਨਹੀਂ ਰਹਿ ਸਕਦੇ, ਚਲੇ ਗਏ ਛੱਡ ਕੇ। 12 ਬੈਠੇ ਰਹੇ, ਕਹਿੰਦੇ ਹਾਂ ਵੀ ਤੁਸੀਂ ਵੀ ਜਾਓ। ਤੇ ਉਹ ਕਹਿੰਦੇ ਆ ਜੀਵਨ ਦੀਆਂ ਗੱਲਾਂ ਤਾਂ ਇਹ ਕੋਲ ਬੋਲਦਾ। ਹਾਲੇਲੂਇਆ। ਉਹ ਸੋਚਦੇ ਜੀਵਨ ਦੀਆਂ ਰੋਟੀਆਂ ਤੇਰੇ ਕੋਲ ਆ। ਇਹ ਕੀ ਕਹਿੰਦੇ ਆ? ਜੀਵਨ ਦੀਆਂ ਗੱਲਾਂ ਤੇਰੇ ਕੋਲ, ਤੈਨੂੰ ਛੱਡ ਕੇ ਕਿੱਥੇ ਜਾਈਏ, ਤੈਨੂੰ ਛੱਡ ਕੇ ਕਿੱਥੇ ਜਾਈਏ। ਹਾਲੇਲੂਇਆ। ਜਦ ਚੇਲੇ ਹੋ ਕੇ 70 ਮੁੜੇ। ਚੇਲੇ ਦਾ ਮਤਲਬ ਜਿਹਨੇ ਗੁਰੂ ਨੂੰ ਸਹੀ ਤਰੀਕੇ ਨਾਲ ਕੀ ਕਰ ਲਿਆ ਆ, ਸਮਝ ਲਿਆ। ਜੋ ਮਾਰਗ ਤੇ ਚਲਾਉਣ ਲਈ ਪ੍ਰੇਰਨਾ ਕੀਤੀ ਗਈ ਆ, ਉਹਨੇ ਕੀ ਕੀਤਾ ਆ? ਉੱਤੇ ਚੱਲਣ ਦਾ ਅਨੁਭਵ ਪਾਇਆ ਆ। ਹਾਲੇਲੂਇਆ। ਪਰ ਉਹ ਪਾਏ ਹੋਏ ਵੀ ਕੀ ਹੋ ਗਏ? ਕਿਉਂਕਿ ਉਹ 70 ਜਿਹੜੇ ਸੀ ਉਹ ਵੀ ਭੂਤਾਂ ਨੂੰ ਕੀ ਕਰਦੇ ਸੀਗੇ? ਕੱਢਦੇ ਸੀ। ਬਿਮਾਰਾਂ ਨੂੰ ਕੀ ਕਰਦੇ ਸੀਗੇ? ਚੰਗਾ ਕਰਦੇ। ਸਾਮਰ ਦੇ ਕੰਮ ਚਮਤਕਾਰ ਕੀ ਆ? ਉਹ ਕਰਦੇ ਸੀ। ਪਰ ਯਿਸੂ ਮਸੀਹ ਨੇ ਜਦੋਂ ਅਗਲਾ ਪ੍ਰੋਗਰਾਮ ਕਿਹਾ ਨਾ, ਉਹ ਲੋਕ ਕੀ ਕਹਿੰਦੇ? ਚੰਡੀਗੜ੍ਹ 'ਚ ਸਾਡੇ ਭੈਣ ਨੇ ਕਿਤੇ ਪਾਸੇ ਜਿਹੜਾ ਪ੍ਰਚਾਰ ਤੁਸੀਂ ਕਰਦੇ ਵੀ ਤੁਹਾਡੇ ਤਾਂ ਪਾਦਰੀ ਸਾਰੇ ਦੁਸ਼ਮਣੀ ਹੋਣੇ ਆ। ਤੇ ਮੈਂ ਕਿਹਾ ਹਾਂਜੀ ਦੁਸ਼ਮਣੀ ਹੈ। ਹਾਲੇਲੂਇਆ। ਕਿਉਂਕਿ ਪਾਦਰੀਆਂ ਨੂੰ ਵੀ ਪਚਦਾ ਨਹੀਂ, ਵਿਸ਼ਵਾਸੀਆਂ ਨੂੰ ਵੀ ਪਚਦਾ ਨਹੀਂ। ਹਾਲੇਲੂਇਆ। ਹਾਲੇਲੂਇਆ। ਖਾਸ ਕਰ ਸਾਡੇ ਵੈਰੀ ਉਹ ਪਾਦਰੀ ਤਾਂ ਸਾਰੇ ਸਾਡੇ ਵੈਰੀ ਹੈ ਜਿਹੜੇ ਯਿਸੂ ਮਸੀਹ ਦਾ ਜਨਮ ਦਿਨ ਮਨਾਉਂਦੇ। ਹਾਲੇਲੂਇਆ। ਤੇ ਜਿਹੜੇ ਉਹਦਾ ਜੀ ਉਠਣਾ ਮਨਾਉਂਦੇ, ਈਸਟਰ ਮਨਾਉਂਦੇ, ਗੁੱਡ ਫਰਾਈਡੇ ਮਨਾਉਂਦੇ, ਇੱਕ ਪਾਮ ਸੰਡੇ ਹੁੰਦਾ ਆ ਉਹ ਮਨਾਉਂਦੇ। ਹਾਲੇਲੂਇਆ। ਉਹ ਤਾਂ ਡਾਢੇ ਹੀ ਸਾਡੇ ਕੀ ਆ? ਦੁਸ਼ਮਣ ਹੈ। ਕਿਉਂਕਿ ਉਹਨਾਂ ਦੇ ਚਾਅ ਇਹਨਾਂ ਪ੍ਰੋਗਰਾਮਾਂ 'ਚ ਪੂਰਾ ਹੁੰਦਾ। ਇਹਨਾਂ 'ਚ ਪ੍ਰੋਗਰਾਮ ਉਹਨਾਂ ਨੂੰ ਗਿਫਟ ਬੁੱਕ ਬਣਾਉਣੇ, ਸਾਰਾ ਕੁਝ ਹੁੰਦਾ ਹੈ, ਥੋੜੀ ਜ਼ਿਆਦਾ ਕਮਾਈ ਹੋ ਜਾਂਦੀ ਹੈ। ਤੇ ਇਹਦੇ 'ਚੋਂ ਫਿਰ ਉਹਨਾਂ ਨੂੰ ਉਹ ਕਹਿੰਦੇ ਵੀ ਸਾਡੇ ਬੰਦੇ ਇਹਨਾਂ ਨੇ ਕੀ ਕਰ ਦੇਣੇ, ਖਰਾਬ ਕਰ ਦੇਣੇ। ਸਾਡੀ ਵੀ ਕਿਤੇ ਚਰਚ 'ਚ ਇਦਾਂ ਨਾ ਕਰਨਾ ਸ਼ੁਰੂ ਲੋਕੀ ਕਰ ਦੇਣੇ। ਹਾਲੇਲੂਇਆ। ਹਾਲੇਲੂਇਆ। ਬੜੀ ਹੈਰਾਨ ਹੋਈ ਭੈਣ ਮੈਨੂੰ ਆਉਣਾ ਦਾ ਨਾਮ, ਫਿਰ ਸਾਡੇ ਤੋਂ ਸਾਰੇ ਦੁਸ਼ਮਣ ਹੀ ਹੁੰਦੇ। ਕਿਉਂਕਿ ਜਦੋਂ ਸੱਚ ਪਤਾ ਲਾਇਆ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਸੱਚ ਤਾਂ ਕਿਤੇ ਹੋਰ ਪਾਇਆ ਜਾਂਦਾ ਨਹੀਂ। ਹਾਲੇਲੂਇਆ। ਹਾਲੇਲੂਇਆ। ਇਸ ਲਈ ਪਰਮੇਸ਼ਰ ਆਪਣੇ ਤੇਜਵਾਨ ਖੁਸ਼ਖਬਰੀ ਦਾ ਪ੍ਰਕਾਸ਼ ਹਰੇਕ ਦੇ ਅੰਦਰ ਭੇਜਣਾ ਚਾਹੁੰਦਾ ਹੈ। ਜਦੋਂ ਵਚਨ ਦੀ ਰੋਸ਼ਨੀ ਇੱਕ ਇਨਸਾਨ ਉੱਤੇ ਚਮਕਦੀ ਹੈ, ਠੀਕ ਹੈ, ਜਦੋਂ ਵਚਨ ਦੀ ਰੋਸ਼ਨੀ, ਕਿਹੜੀ ਰੋਸ਼ਨੀ? ਵਚਨ ਦੀ ਰੋਸ਼ਨੀ ਮੀਨ ਅਨਡਿਟ ਰੋਸ਼ਨੀ। ਕਿਹੜੀ ਰੋਸ਼ਨੀ? ਯਾਨੀ ਕਿ ਇਹ ਦਿਸਣ ਵਾਲੀ ਰੋਸ਼ਨੀ ਨਹੀਂ। ਯਿਸੂ ਮਸੀਹ ਕਹਿੰਦਾ ਮੈਂ ਤੁਹਾਡੀ ਜਗ੍ਹਾ ਤਿਆਰ ਕਰਨ ਜਾਣਾ ਆ, ਉਹ ਆਪਾਂ ਨੂੰ ਦਿਸਦੀ ਨਹੀਂ। ਵਿਸ਼ਵਾਸ ਕਰਕੇ ਹੀ ਉਸ ਜਗ੍ਹਾ ਦੇ ਲਈ ਆਪਣੇ ਆਪ ਨੂੰ ਇੱਥੇ ਕੀ ਕਰਨਾ ਆ? ਤਿਆਰ ਕਰਨਾ। ਚਾਹੇ ਮੂੰਹ ਤੇ ਥੁੱਕ ਦੇਣ, ਚਾਹੇ ਗਾਲਾਂ ਕੱਢ ਦੇਣ, ਚਾਹੇ ਲੁੱਟ ਲੈਣ, ਚਾਹੇ ਕੁਛ ਵੀ ਕਰ ਦੇਣ, ਉਹ ਕੀਮਤ ਕੀ ਕਰਨੀ ਪੈਣੀ ਆ? ਦੇਣੀ ਪੈਣੀ। ਇਹ ਸੋਚ ਕੇ ਇੱਥੇ ਮੇਰੇ ਨਾਲ ਜੋ ਮਰਜ਼ੀ ਹੋ ਜਵੇ, ਉੱਥੇ ਮੇਰਾ ਘਰ ਕੀ ਆ ਬਣਾ। ਹਾਲੇਲੂਇਆ। ਜਦੋਂ ਵਚਨ ਦੀ ਰੋਸ਼ਨੀ ਇੱਕ ਇਨਸਾਨ ਉੱਤੇ ਚਮਕਦੀ ਹੈ ਤਾਂ ਉਸ ਇਨਸਾਨ ਨੂੰ ਰੋਸ਼ਨੀ ਨਹੀਂ ਬਲਕਿ ਉਸ ਰੋਸ਼ਨੀ ਵਿੱਚ ਆਪਣੀ ਹਾਲਤ ਪਤਾ ਲੱਗਦੀ ਆ। ਇੱਥੇ ਦੱਸੋ ਹਾਂ ਕਿ ਨਾ? ਹਾਲੇਲੂਇਆ। ਇਹਦਾ ਮਤਲਬ ਆਪਾਂ ਇੱਥੇ ਮੈਂ ਮੰਨ ਲਓ ਅੱਜ ਬੱਤੀ ਬੰਦ ਕਰ ਦਈਏ, ਹਨੇਰੇ 'ਚ ਵੀ ਮੈਂ ਤੁਹਾਡੇ ਨਾਲ ਗੱਲਾਂ ਕਰਾਂ, ਜੋ ਇੱਕ ਰੋਸ਼ਨੀ ਆ। ਪਰ ਉਹ ਕਿਹੜੀ ਰੋਸ਼ਨੀ ਆ? ਅਣਡਿੱਠ ਰੋਸ਼ਨੀ ਆ। ਪਰ ਸਾਡੇ ਅੰਦਰ ਕੀ ਹੋ ਜਾਂਦਾ ਭਲਾ? ਸਾਨੂੰ ਉਹ ਵਚਨ ਦੀ ਰੋਸ਼ਨੀ ਦੇ ਵਿੱਚ ਕੀ ਹੋ ਜਾਂਦਾ ਆ? ਆਪਣੀ ਹਾਲਤ ਕੀ ਹੋ ਜਾਂਦੀ ਆ? ਪਤਾ ਲੱਗ ਜਾਂਦੀ ਕਿ ਮੈਂ ਮਸੀਹ ਦੇ ਪਿੱਛੇ ਚੱਲ ਵੀ ਰਿਹਾ ਆ ਕਿ ਨਹੀਂ, ਗੇਂਦ ਵਿਕਟ 'ਚ ਵੱਜ ਗਈ ਆ ਕਿ ਨਹੀਂ, ਜ਼ੂਮ ਹੋ ਗਿਆ ਸੀ। ਹਾਲੇਲੂਇਆ। ਕੀ ਹੋ ਗਿਆ ਭਲਾ? ਜ਼ੂਮ ਹੋ ਗਿਆ, ਮੋਸ਼ਨ ਸਲੋ ਹੋ ਗਿਆ। ਆਹ ਗੱਲਾਂ ਅਸੀਂ ਜਦੋਂ ਪ੍ਰਚਾਰ ਕਰੀਦਾ ਆ ਤੇ 1-2 ਮਿੰਟ 'ਚ ਕੱਢ ਦੇਦੀਆਂ ਗਾਂ ਨੂੰ, ਇੰਨੀ ਸਪੀਡ 'ਚ ਹੁੰਦੇ ਆ। ਜਿੱਦਾਂ ਪਾਕਿਸਤਾਨ ਦਾ ਇੱਕ ਸੀਗਾ ਬੜਾ ਤੇਜ਼ ਗੇਂਦਬਾਜ਼ ਜਿਹੜਾ ਸੀਗਾ, ਕੀ ਨਾਮ ਉਹਦਾ? ਉਹਦਾ ਨਾਂ ਕੀ ਰੱਖਿਆ ਸੀ ਉਹਨਾਂ ਨੇ ਭਲਾ? ਰਾਵਲਪਿੰਡੀ ਐਕਸਪ੍ਰੈਸ ਹੈ। ਹਾਲੇਲੂਇਆ। ਯਾਨੀ ਕਿ ਉਹਦੀ ਗੇਂਦ ਜਦੋਂ ਜਾਂਦੀ ਸੀ ਨਾ, ਉਹ ਬੈਟ ਵਾਲੇ ਨੂੰ ਵੀ ਪਤਾ ਲੱਗਦਾ ਆਈ ਕਿੱਧਰੋਂ ਆ। ਹਾਲੇਲੂਇਆ। ਇਹ ਅਸੀਂ ਉਦਾਂ ਜਦੋਂ ਕਰੀਦਾ ਨਾ ਭੇਜਦੇ ਨਿਕਾ ਦਈਦਾ ਗਾਂ ਨੂੰ। ਹਾਲੇਲੂਇਆ। ਆਪੇ ਵਿਕਟ ਝੜੂਗੀ ਤਾਂ ਪਤਾ ਲੱਗ ਜੂਗਾ। ਹਾਲੇਲੂਇਆ।
ਪਰ ਹੁਣ ਕੀ ਹੈ, ਜਦੋਂ ਅਸੀਂ ਹੁਣ ਬੈਠੇ ਆ ਇੱਥੇ ਕੀ ਹੈ, ਇੱਕ ਕਲਾਸ ਟੈਪ ਹੈ, ਅਸੀਂ ਤੇ ਸਿੱਖਣ ਦੇ ਤੌਰ ਤੇ ਆ। ਇੱਕ ਤਾਂ ਤੇ ਯਿਸੂ ਪ੍ਰਚਾਰ ਕਰ ਰਿਹਾ, ਕਿਤੇ ਥਾਂ ਤੇ ਕੀ ਕਰ ਰਿਹਾ, ਉਪਦੇਸ਼ ਕਰ ਰਿਹਾ। ਇੱਥੇ ਕੀ ਹੋ ਰਿਹਾ, ਉਪਦੇਸ਼ ਆ। ਤੇ ਮੋਸ਼ਨ ਕੀ ਆ, ਸਲੋ। ਨਾਲ ਕੀ ਆ, ਜ਼ੂਮ ਆ, ਬਿਲਕੁਲ ਲਾਗੇ ਕਰਕੇ ਉਸ ਹਾਲਾਤ ਨੂੰ ਕੀ ਕੀਤਾ ਜਾ ਰਿਹਾ ਆ, ਦਿਖਾਇਆ ਜਾ ਰਿਹਾ ਹੈ ਕਿ ਇਹ ਘਟਨਾ ਘਟੀ ਆ ਮੇਰੇ ਨਾਲ ਕਿ ਨਹੀਂ, ਜਾਂ ਘਟ ਰਹੀ ਆ ਕਿ ਨਹੀਂ, ਜਾਂ ਮੈਂ ਇਹਨੂੰ ਆਪਣੇ ਵਿੱਚ ਘਟਾਉਣਾ ਚਾਹੁੰਦਾ ਆ ਕਿ ਨਹੀਂ। ਹਾਲੇਲੂਇਆ। ਇਹ ਬੇਸ ਯਾਰ, ਠੀਕ ਹੈ। मैं रिपीट करके पढ़ के जाऊंगा, बच्चों वांगू है ਤੁਹਾਡੀ ਹਾਲਤ ਹੈ, ਜੇ ਕੋਈ ਗੱਲ ਚੰਗੀ ਤਰ੍ਹਾਂ ਸਮਝ ਨਹੀਂ, ਜੇ ਮੈਂ ਤੁਹਾਨੂੰ ਪੁੱਛਾਂ ਦੁਬਾਰਾ ਤੇ ਤੁਸੀਂ ਦੱਸ ਨਹੀਂ ਸਕਦੇ, ਇਸ ਲਈ ਮੈਂ ਰਿਪੀਟ ਕਰਕੇ ਆਉਂਗਾ, ਫਿਰ ਬੋਰ ਨਾ ਹੋਇਓ। ਹਾਲੇਲੂਇਆ। ਸੋ ਕੀ ਗੱਲ ਹੈ, ਜਿਹੜੀ ਆਪਾਂ ਦੂਸਰਾ ਕਰੰਥੀ 4 ਉਹਦੇ 6 ਦਾ ਜਿਹੜਾ ਪ੍ਰਕਾਸ਼ ਹੈ ਵਿਚਲਾ, ਐ ਤਾਂ ਆਪਾਂ ਪੜ੍ਹ ਲਈ, ਜਿਹੜੀ ਵਿਚਲਾ ਭੇਤ ਆ ਉਹਨੂੰ ਆਪਾਂ ਸਮਝ ਰਹੇ ਆ। ਉਹ ਕੀ ਆ, ਪਰਮੇਸ਼ਰ ਆਪਣੇ ਤੇਜਵਾਨ ਖੁਸ਼ਖਬਰੀ ਦਾ ਪ੍ਰਕਾਸ਼ ਹਰੇਕ ਦੇ ਅੰਦਰ ਭੇਜਣਾ ਚਾਹੁੰਦਾ ਹੈ। ਜਦੋਂ ਵਚਨ ਦੀ ਰੋਸ਼ਨੀ ਇੱਕ ਇਨਸਾਨ ਉੱਤੇ ਚਮਕਦੀ ਹੈ ਤਾਂ ਉਸ ਇਨਸਾਨ ਨੂੰ ਰੋਸ਼ਨੀ ਨਹੀਂ ਬਲਕਿ ਉਸ ਰੋਸ਼ਨੀ ਵਿੱਚ ਆਪਣੀ ਹਾਲਤ ਨਜ਼ਰ ਆਉਂਦੀ ਹੈ। ਹਾਲੇਲੂਇਆ। ਹਾਲੇਲੂਇਆ। ਕੀ ਆ ਬਈ, ਆਪਣੀ ਹਾਲਤ ਨਜ਼ਰ ਆਉਂਦੀ ਹੈ। ਮੰਨ ਲਓ ਆਪਾਂ ਇੱਥੇ ਹਨੇਰਾ ਹੋਵੇ, ਇੱਕਦਮ ਬਲਬ ਜਗਾਈ ਤੇ ਇੱਕਦਮ ਆਪਾਂ ਨੂੰ ਰੋਸ਼ਨੀ ਨਜ਼ਰ ਆਉਂਦੀ ਕਿ ਚੀਜ਼ਾਂ ਨਜ਼ਰ ਆਉਂਦੀਆਂ, ਚੀਜ਼ਾਂ ਨਜ਼ਰ ਆਉਂਦੀਆਂ। ਠੀਕ ਹੈ ਤੁਹਾਡਾ। ਹਾਲੇਲੂਇਆ। ਸੋ ਇਸੇ ਤਰੀਕੇ ਨਾਲ ਜਦੋਂ ਸਾਡੇ ਤੋਂ ਵੀ ਰੋਸ਼ਨੀ ਚਮਕਦੀ ਤੇ ਸਾਡੇ ਅੰਦਰ ਦੀਆਂ ਚੀਜ਼ਾਂ, ਅੰਦਰ ਦੀਆਂ ਹਾਲਤਾਂ, ਕਮੀਆਂ, ਨਾਕਾਮੀਆਂ, ਜੋ ਕੁਝ ਵੀ ਆ ਸਾਡਾ ਵਿਗੜਿਆ ਹੋਇਆ ਸਿਸਟਮ, ਉਹ ਸਾਨੂੰ ਕੀ ਹੁੰਦਾ ਆ, ਨਜ਼ਰ ਆਉਂਦਾ। ਮੇਰਾ ਪੁਰਾਣਾ ਜੀਵਨ, ਮੇਰੀ ਪੁਰਾਣੀ ਭਗਤੀ, ਭਗਤੀ ਦਾ ਫਲ, ਭਗਤੀ ਦੀਆਂ ਗੱਲਾਂ, ਸਾਰਾ ਕੁਝ ਮੇਰੇ ਸਾਹਮਣੇ ਇੱਕਦਮ ਸਾਫ਼ ਖੁੱਲ ਕੇ ਆ ਜਾਂਦਾ ਆ। ਹਾਲੇਲੂਇਆ। ਹਾਂਜੀ। ਕਿ ਹਾਲਤ ਪਤਾ ਲੱਗਦਾ ਹੈ ਕਿ ਮੈਂ ਤਾਂ ਬੇਡੋਲ ਅਤੇ ਸੁਨਸਾਨ ਹਾਂ। ਉਦੋਂ ਹਾਲਤ ਵਿੱਚ ਕੀ ਨਜ਼ਰ ਆਉਂਦਾ ਬਈ, ਮੈਂ ਕੀ ਹਾਂ ਭਲਾ, ਬੇਡੋਲ ਆ, ਜਿਹਦਾ ਕੋਈ ਡੋਲ ਹੈ ਨਹੀਂ, ਤੇ ਨਾਲ ਕੀ ਆ, ਸੁਨਸਾਨ ਆ। ਹਾਲੇਲੂਇਆ। ਹਾਲੇਲੂਇਆ। ਜਦੋਂ ਬੇਡੋਲ ਤੇ ਸੁਨਸਾਨ ਹੁੰਦਾ, ਉਦੋਂ ਅੰਦਰ ਕੀ ਹੁੰਦਾ ਭਲਾ, ਇਹ ਤਾਂ ਹਾਲਤ ਬੜੀ ਭੈੜੀ। ਜਦੋਂ ਰਾਜਸਥਾਨ ਤੋਂ ਅਸੀਂ ਪ੍ਰਚਾਰ ਕਰਕੇ ਆਏ, ਰਾਤ ਨੂੰ 8 ਵਜੇ ਨਾ, ਅਗਲੇ ਜਿਹੜੇ ਉੱਥੇ ਦੀ ਉਜਾੜਾ ਹੈ, ਉੱਥੋਂ ਦੀ ਅਸੀਂ ਗੱਡੀ ਕੱਢ ਕੇ ਰਹੇ ਤੇ ਨਾ ਕੋਈ ਗੱਡੀ ਤੇ ਨਾ ਕੋਈ ਗੱਲ, ਆਸੇ ਪਾਸੇ ਉਜਾੜਾ, ਸ਼ੇਰਾਂ ਦਾ ਪ੍ਰੋਗਰਾਮ ਵੀ ਸੀਗਾ। ਤੇ ਮਨ ਚ ਆਵੇ ਜੇ ਇੱਥੇ ਗੱਡੀ ਪੈਂਚਰ ਹੋ ਜਾਵੇ ਜਾਂ ਗੱਡੀ ਨੂੰ ਕੁਛ ਹੋ ਜਾਵੇ ਤੇ ਫਿਰ ਸਾਡੀ ਫੈਮਿਲੀ ਦਾ ਤਾਂ ਪਤਾ ਲੱਗਣਾ ਹੈ, ਕਿਸੇ ਦੀ ਲੱਤ ਉੱਧਰ ਪਈ ਹੋਣੀ, ਕਿਸੇ ਦਾ ਮੂੰਹ। ਹਾਲੇਲੂਇਆ। ਉੱਥੇ ਇੱਕ ਭੈ ਜਿਹਾ ਵੀ ਸੀਗਾ, ਕਿਉਂਕਿ ਪ੍ਰੋਗਰਾਮ ਕਿਦਾਂ ਸੀ, ਹਨੇਰ ਕੁੱਪ ਸੀਗਾ, ਠੀਕ ਹੈ ਨਾ, ਤੇ ਬੜਾ ਡਰਾਉਣਾ ਸੀ। ਆਸੇ ਪਾਸੇ ਸ਼ੀਸ਼ੇ ਤੇ ਦੇ ਹਨੇਰਾ ਬਸ। ਹਾਲੇਲੂਇਆ। ਸੋ ਇਦਾਂ ਹੀ ਸਾਨੂੰ ਆਪਣੀ ਹਾਲਤ ਨਜ਼ਰ ਆਉਂਦੀ, ਹਨੇਰਾ ਹੀ ਆ, ਕੁਛ ਵੀ, ਕੋਈ ਆਸ਼ਾ ਦੀ ਕਿਰਨ ਨਹੀਂ। ਹਾਲੇਲੂਇਆ। ਸੋ ਬੇਡੋਲ ਲੱਗਦਾ ਹੈ ਔਰ ਸੁਨਸਾਨ ਹਾਂ। ਮੈਂ ਤਾਂ ਬਦਕਿਸਮਤ ਹਾਂ। ਅੰਦਰੋਂ ਆਵਾਜ਼ ਕਿਹੜੀ ਆਉਂਦੀ, ਮੈਂ ਤਾਂ ਕੀ ਹਾਂ ਬਈ, ਬਦਕਿਸਮਤ ਹਾਂ। ਜਾਂ ਬ੍ਰੈਕਟ ਵਿੱਚ ਲਿਖੋ, ਅਭਾਗਾ ਆ। ਅਭਾਗਾ ਆ, ਮੈਂ ਕੀ ਹਾਂ ਭਲਾ, ਅਭਾਗਾ ਆ। ਮੈਂ ਤਾਂ ਈਸ਼ਵਰ ਰਹਿਤ ਹਾਂ। ਜਿਹੜਾ ਬੜੇ ਈਸ਼ਵਰਾਂ ਦਾ ਦਾਵਾ ਕਰਦਾ ਸੀ ਨਾ, ਬੜੇ ਪਰਮੇਸ਼ਵਰਾਂ ਦਾ ਦਾਵਾ ਕਰ, ਬੜੇ ਨਾਮਦਾਨ ਦਾ ਦਾਵਾ ਕਰਦਾ ਸੀਗਾ, ਇੱਥੇ ਕੀ ਹੋ ਗਿਆ, ਜਦੋਂ ਰੋਸ਼ਨੀ ਚਮਕ ਗਈ, ਹਾਲਤ ਪਤਾ ਲੱਗ ਗਈ ਕਿ ਕੋਈ ਈਸ਼ਵਰ ਰਿਹਾ, ਕੋਈ ਭਗਤੀ ਰਹੀ, ਕੋਈ ਨਸੀਬ ਤੱਕ ਰਿਹਾ ਨਹੀਂ। ਹਾਲੇਲੂਇਆ। ਕੋਈ ਇੱਥੇ ਪਤਾ ਲੱਗਦਾ ਮੈਂ ਤਾਂ ਬੜੀ ਵੀ ਗਲਤ ਵਿੱਚ ਸੀ, ਚਿੱਕੜ ਚ ਸੀ, ਮੈਂ ਤਾਂ ਪਾਪੀ ਹਾਂ। ਇੱਥੇ ਕਹਿੰਦਾ ਅੰਦਰੋਂ ਆਵਾਜ਼ਾਂ ਕਿ ਨਿਕਲਦੀਆਂ ਆ, ਕਦੀ ਕਦੀ ਅੰਦਰ ਹੀ ਆਵਾਜ਼ਾਂ ਗੂੰਜਦੀਆਂ ਰਹਿੰਦੀਆਂ। ਇੱਕ ਟਾਈਮ ਤੇ ਮੂੰਹ ਨਾਲ ਧਾ ਮਾਰ ਕੇ ਕਹਿ ਦਿੰਦਾ ਮੈਂ ਪਾਪੀ ਹਾਂ। ਮੈਨੂੰ ਹੁਣ ਕਿਸੇ ਦਾ ਡਰ, ਕੋਈ ਸੰਗ ਨਹੀਂ, ਮੈਨੂੰ ਮੇਰੀ ਹਾਲਤ ਕੀ ਲੱਗ ਰਹੀ ਆ ਪਤਾ ਲੱਗ ਗਈ ਆ, ਤੇ ਹੁਣ ਮੈਂ ਪਾਪ ਵਿੱਚ ਜੀਵਨ ਗੁਜ਼ਾਰ ਸਕਦਾ ਨਹੀਂ। ਪਾਪੀ ਹਾਂ, ਮੇਰੇ ਉੱਤੇ ਤਾਂ ਸਜ਼ਾ ਦਾ ਹੁਕਮ ਹੈ। ਫਿਰ ਇਹ ਵੀ ਗੱਲ ਕਲੀਅਰ ਹੋਈ, ਜੇ ਇੰਨੀ ਗਲਤ ਵਿੱਚ ਗਿਆ ਹੋਇਆ ਤੇ ਫਿਰ ਇਹਦੀ ਤਾਂ ਸਜ਼ਾ ਹੋਗੀ। ਉਹ ਪ੍ਰਮਾਤਮਾ ਤਾਂ ਬਹੁਤ ਪਵਿੱਤਰ ਆ, ਮੈਂ ਤਾਂ ਉਹਦੇ ਕੋਲ ਵਾਪਸ ਇਦਾਂ ਦਾ ਗੰਦਾ ਮੰਦਾ ਜਾ ਸਕਦਾ ਨਹੀਂ। ਇਹਦਾ ਮਤਲਬ ਇਦਾਂ ਹੀ ਮੈਂ ਮਰ ਗਿਆ ਤੇ ਮੇਰੇ ਉੱਤੇ ਤਾਂ ਸਜ਼ਾ ਦਾ ਹੁਕਮ ਹੈ। ਇਹ ਗੱਲਾਂ ਆਉਂਦੀਆਂ, ਇਹ ਵਚਨ ਜਿਹੜਾ ਇਹ ਚੋਂ ਪ੍ਰਕਾਸ਼ ਜਿਹੜਾ ਨਿਕਲਦਾ, ਆਹ ਗੱਲਾਂ ਇੱਕ ਇਨਸਾਨ ਦੇ ਅੰਦਰ ਆਉਂਦੀਆਂ। ਅਰਥਾਤ ਹੁਣ ਇਸ ਨੂੰ ਆਪਣੀ ਅਸਲੀਅਤ ਪਤਾ ਲੱਗ ਰਹੀ ਹੈ। ਅਰਥਾਤ ਹੁਣ ਇਸ ਨੂੰ ਆਪਣੀ ਅਸਲੀਅਤ ਪਤਾ ਲੱਗ ਰਹੀ ਹੈ।
नहीं भी गल ये डूंगी आ मैं इतने समाप्त करना चाहूँगा कल ये लिखण का काम भी करांगे ते नाल दे नाल इहनूं पढ़ के ठीक है इन्ना इन्ना थोड़ा थोड़ा समझ आ रहा है ना थोड़ी थोड़ी गल चल रही लंबी है गल थोड़ी प्रार्थना खुदावन खुदा तेरा शुक्र तेरी तारीफ हो धन्यवाद हो अज अच्छे समय लिए जो बैठ के खुदावन नवे जन्म में देख रहे हैं और असं जूम करके अपना जीवन देख रहे हैं मैं प्रार्थना करता जिथे भी कोई रड़क रह गई आ वो कट देना ताकि असी तेरे लायक हो जाइए बड़ी कृपा करना प्रभु यीशु मसीह नाम दे विच आमीन। साडे खुदावन खुदा दा फजल बाप दी मोहब्बत दी प्रार्थना फाक्षा कौन तो लेके हमेशा हमेशा तक सब ईमानदार हम कर नाल नाम दी रवे आमीन। हालेलुया